ਗੁਰੂ ਗਿਆਨ ਟੀਵੀ ਦੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਸਾਡਾ ਪ੍ਰੋਗਰਾਮ ਦਸਤਕ ਤੁਹਾਡੇ ਦਰਵਾਜ਼ੇ ਉੱਤੇ। ਇਸ ਪ੍ਰੋਗਰਾਮ ਰਾਹੀਂ ਵੱਖ-ਵੱਖ ਸ਼ਖਸੀਅਤਾਂ ਜੋ ਵੱਖ-ਵੱਖ ਸੈਕਟਰਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀ ਸਰਵਿਸਿਜ਼ ਪ੍ਰੋਵਾਈਡ ਕਰਦੀਆਂ ਨੇ, ਉਹਨਾਂ ਨੂੰ ਅਸੀਂ ਤੁਹਾਡੇ ਰੂਬਰੂ ਕਰਵਾਉਂਦੇ ਹਾਂ। ਅੱਜ ਦਾ ਯੁੱਗ ਸੋਸ਼ਲ ਮੀਡੀਆ ਦਾ ਯੁੱਗ ਹੈ। ਅੱਜ ਦੇ ਸਮੇਂ ਵਿੱਚ ਹਰ ਇੱਕ ਦੀ ਮੁੱਠੀ ਵਿੱਚ ਮੋਬਾਈਲ ਫੋਨ ਹੈ ਤੇ ਮੋਬਾਈਲ ਦੇ ਵਿੱਚ YouTube ਹੈ। ਤੁਹਾਡੇ ਤੱਕ ਇਸ ਪ੍ਰੋਗਰਾਮ ਰਾਹੀਂ ਤੁਹਾਡੇ ਦਰਵਾਜ਼ੇ ਤੇ ਦਸਤਕ ਦਿੰਦੇ ਨੇ। ਉਹ ਕਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਤੁਹਾਨੂੰ ਬਹੁਤ ਸਾਰੀਆਂ ਕੀਮਤੀ ਜਾਣਕਾਰੀ ਇਸ ਵਿੱਚੋਂ ਮਿਲਦੀ ਹੈ। ਦਰਸ਼ਕਾਂ ਨੂੰ ਮੈਂ ਬੇਨਤੀ ਕਰ ਦੇਵਾਂ, ਜਿਨ੍ਹਾਂ ਨੇ ਹਾਲੇ ਤੱਕ ਸਾਡਾ ਗੁਰੂ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ YouTube ਤੇ ਜਾ ਕੇ ਇਹ ਪਲੀਜ਼ ਸਬਸਕ੍ਰਾਈਬ ਦਾ ਬਟਨ ਪੁਸ਼ ਕਰ ਲੈਣਾ, ਤਾਂ ਕਿ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ। ਸਾਡੀ ਐਪ ਗੁਰਗਿਆਨ ਐਪ ਡਾਊਨਲੋਡ ਕਰ ਲੈਣੀ, ਤਾਂ ਕਿ ਸਭ ਕੁਝ ਸਾਡੀ ਮੁੱਠੀ ਦੇ ਵਿੱਚ ਹੈ ਤੇ ਅਸੀਂ ਸਾਰੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਐਪੀਸੋਡ ਨੇ ਉਹਦਾ ਲਾਹਾ ਪ੍ਰਾਪਤ ਕਰ ਸਕੀਏ। ਆਓ, ਅੱਜ ਸਾਡੇ ਨਾਲ ਲਾਈਨ ਤੇ ਹਨ ਪਿਆਰੇ ਵੀਰ, ਜਿਨ੍ਹਾਂ ਨੂੰ ਬਲਦੀਪ ਢੀਂਡਸਾ ਜੀ ਜਾਂ ਬੌਬ ਢੀਂਡਸਾ ਕਹਿ ਕੇ ਆਪਾਂ ਸਾਰੇ ਪਿਆਰ ਨਾਲ ਬੁਲਾਉਂਦੇ ਹਾਂ, ਜੋ ਕਿ ਮੈਨੇਜਰ ਰੈਜ਼ੀਡੈਂਸ਼ੀਅਲ ਮੌਰਟਗੇਜ, ਔਰ ਉਹ ਅੱਜ ਇੱਕ ਬੜੀ ਹੀ ਕੀਮਤੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਨੇ ਕਿ ਜੋ ਕੋਵਿਡ-19 ਦੌਰਾਨ ਇਹ ਜੋ ਸਮਾਂ ਚੱਲ ਰਿਹਾ ਹੈ, ਸਮੁੱਚੀ ਦੁਨੀਆ ਦੇ ਉੱਪਰ ਪੈਂਡੈਮਿਕ ਦਾ ਸਮਾਂ ਚੱਲ ਰਿਹਾ ਹੈ, ਇਸ ਦੌਰਾਨ CMHC ਵੱਲੋਂ ਮੌਰਟਗੇਜ ਨਿਯਮਾਂ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ। ਉਹਦੇ ਬਾਰੇ ਵੀ ਜਾਣਕਾਰੀ ਦੇਣਗੇ। ਹੋਰ ਵੀ ਮੌਰਟਗੇਜ ਨਾਲ ਸੰਬੰਧਿਤ ਜਾਣਕਾਰੀ ਦੇਣ ਵਾਸਤੇ ਆਓ ਉਹਨਾਂ ਨੂੰ ਪਹਿਲਾਂ ਜਿਉ ਆਇਆ ਕਹੀਏ। ਬੌਬ ਵੀਰ ਜੀਓ, ਸਤਿ ਸ੍ਰੀ ਅਕਾਲ, ਗੁਰੂ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਸਿੰਘ ਜੀ, ਵੀਰ ਜੀ, ਤੁਹਾਡਾ ਦਸਤਕ ਤੁਹਾਡੇ ਦਰਵਾਜ਼ੇ ਉੱਤੇ ਆਉਣ ਤੇ ਲਈ ਜਿਉ ਆਇਆਂ ਨੂੰ। ਅੱਜ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਬੜੀਆਂ ਕੀਮਤੀ ਜਿਹੜੀਆਂ ਵਿਚਾਰਾਂ ਸਾਂਝੀਆਂ ਕਰਨੀਆਂ ਨੇ, ਉਹਨਾਂ ਨੂੰ ਜਾਣਕਾਰੀ ਦੇਣੀ ਹੈ। ਤੁਹਾਨੂੰ ਜਿਉ ਆਇਆਂ ਨੂੰ ਜੀ। ਪਲੀਜ਼ ਪਹਿਲਾਂ, ਵੈਸੇ ਤਾਂ ਤੁਹਾਨੂੰ ਤਕਰੀਬਨ ਸਾਰੇ ਸ਼ਹਿਰ ਵਾਲੇ ਜਾਣਦੇ ਹੀ ਨੇ, ਪਰ ਬਹੁਤ ਸਾਰੇ ਸਟੂਡੈਂਟ ਨਵੇਂ ਆਉਂਦੇ ਨੇ, ਕੁਝ ਨਵੀਆਂ ਫੈਮਿਲੀਜ਼ ਆਉਂਦੀਆਂ ਨੇ। ਮੈਂ ਚਾਹਾਂਗਾ ਕਿ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਤੁਸੀਂ ਆਪਣੇ ਮੂੰਹੋਂ ਪਹਿਲਾਂ ਹੀ ਗੱਲ ਇਹ ਦੱਸੋ ਕਿ ਤੁਸੀਂ ਪੰਜਾਬ ਤੋਂ ਕਿੱਥੋਂ ਬਿਲੋਂਗ ਕਰਦੇ ਹੋ ਤੇ ਕੈਨੇਡਾ ਕਦੋਂ ਆਏ ਜੀ? ਹਾਂਜੀ। ਪਹਿਲਾਂ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਰਾਮ ਸਿੰਘ ਜੀ, ਤੇ ਗੁਰਗਿਆਨ ਟੀਵੀ ਦੇ ਸਾਰੇ ਵਿਊਅਰਸ, ਆਡੀਅנס ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ। ਮੇਰਾ ਜਨਮ ਹੋਇਆ ਸੀ ਜੀ ਮਸਕਟ, ਓਮਾਨ। ਇਹ ਓ ਮਿਡਲ ਵਾਓ! ਈਸਟ 'ਚ ਕੰਟਰੀ ਹੈ ਜੀ। ਅੱਛਾ, ਪਰ ਮੈਂ ਆਪਣੀ ਪੜ੍ਹਾਈ ਸਾਰੀ ਜਿਹੜੀ ਆ ਉਹ ਪੰਜਾਬ 'ਚ ਕੀਤੀ ਹੈ ਜੀ। ਅੱਛਾ, ਵਾਓ! ਸਾਡਾ ਪਿੰਡ ਨਬੀਪੁਰ ਆ ਜੀ, ਅੱਛਾ, ਜ਼ਿਲ੍ਹਾ ਵਾਹਿਗੁਰੂ। ਗੁਰਦਾਸਪੁਰ ਦੇ ਵਿੱਚ। ਓਕੇ, ਤੇ ਮੈਂ ਆਪਣੀ ਸਕੂਲਿੰਗ ਜਿਹੜੀ ਆ ਉਹ ਗੁਰਦਾਸਪੁਰ ਤੋਂ ਕੰਪਲੀਟ ਕੀਤੀ ਹੈ ਜੀ, ਤੇ ਆਪਣੀ ਯੂਨੀਵਰਸਿਟੀ ਜਿਹੜੀ ਹੈ ਜੀ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਬਾਬਾ ਜੀ ਦੀ ਨਗਰੀ ਚੋਂ ਉੱਥੋਂ ਪੂਰੀ ਕੀਤੀ ਹੈ ਜੀ। ਓਕੇ, ਬਹੁਤ ਅੱਛੇ। ਬਹੁਤ ਸਾਰੇ ਦਰਸ਼ਕ ਤੁਹਾਡੇ ਇਲਾਕੇ ਦੇ, ਔਰ ਉਹਨਾਂ ਦੇ ਅੰਦਰ ਬੜੀ ਅਪਣੱਤ ਪੈਦਾ ਹੋਣੀ ਹੈ। ਵੈਸੇ ਵੀ ਐਜ਼ ਏ ਹਿਊਮਨ ਬੀਇੰਗ ਬਹੁਤ ਕੀ ਹੁੰਦਾ ਹੈ ਕਿ ਜਦੋਂ ਬੰਦੇ ਨੂੰ ਪਤਾ ਲੱਗਦਾ ਅੱਛਾ ਇਹ ਵੀ ਪੰਜਾਬ ਤੋਂ ਨੇ, ਇੱਕ ਅਪਣੱਤ ਦੀ ਪਹਿਲੀ ਤੰਦ ਸ਼ੁਰੂ ਹੁੰਦੀ ਹੈ। ਫਿਰ ਪਤਾ ਲੱਗਦਾ ਅੱਛਾ ਮੇਰੇ ਡਿਸਟ੍ਰਿਕਟ ਤੋਂ ਨੇ, ਮੇਰੇ ਪਿੰਡਾਂ ਤੋਂ ਨੇ। ਇਹ ਇੱਕ ਐਜ਼ ਏ ਹਿਊਮਨ ਬੀਇੰਗ ਬੰਦਾ ਬੰਦੇ ਦੀ ਦਾਰੂ ਹੈ। ਹਰ ਇੱਕ ਬੰਦੇ ਨੂੰ ਵੱਖ-ਵੱਖ ਲੋੜਾਂ ਦੀ ਪੂਰਤੀ ਕਰਨ ਵਾਸਤੇ ਇੱਥੇ ਉਹਦੀਆਂ ਲੋੜਾਂ ਬਣਦੀਆਂ ਨੇ। ਕਿਸੇ ਨੇ ਇੰਸ਼ੋਰੈਂਸ ਦਾ ਕੰਮ ਕਰਾਉਣਾ ਹੁੰਦਾ ਹੈ, ਕਿਸੇ ਨੇ ਕਾਰ ਲੋਨ ਕਰਾਉਣੀ ਹੁੰਦੀ ਹੈ, ਕਿਸੇ ਨੇ ਇਮੀਗ੍ਰੇਸ਼ਨ ਦਾ ਕੰਮ ਕਰਾਉਣਾ ਹੈ, ਕਿਸੇ ਨੇ ਮੌਰਟਗੇਜ ਦਾ ਕੰਮ ਕਰਾਉਣਾ ਹੈ। ਤੇ ਐਜ਼ ਏ ਹਿਊਮਨ ਬੀਇੰਗ ਹਰ ਇੱਕ ਦੇ ਅੰਦਰ ਹੁੰਦਾ ਹੈ ਕੋਈ ਮੇਰਾ ਆਪਣਾ ਹੋਵੇ, ਜਿਹਦੇ ਕੋਲ ਮੈਂ ਖੁੱਲ੍ਹ ਕੇ ਗੱਲ ਦੱਸ ਸਕਾਂ ਤੇ ਉਹ ਮੈਨੂੰ ਸਹੀ ਗਾਈਡ ਕਰ ਦੇਵੇ। ਇਸ ਲਈ ਆਪਾਂ ਇਹ ਇੱਕ ਐਂਟਰੀ ਗੇਟ ਬਣਾ ਦਿੱਤਾ ਹੈ ਕਿ ਸਾਡੀ ਕਮਿਊਨਿਟੀ ਦੇ ਕੋਈ ਵੀ ਇੰਡੀਅਨ ਹੈ, ਕੋਈ ਵੀ ਏਸ਼ੀਅਨ ਹੈ, ਈਵਨ ਦੋ ਕਿ ਭਾਵੇਂ ਕੋਈ ਪਾਕਿਸਤਾਨ ਤੋਂ ਹੈ, ਉਹ ਸਾਰੇ ਜਿਹੜੇ ਵੱਖ-ਵੱਖ ਸੈਕਟਰਸ ਦੇ ਵਿੱਚ ਵੱਖ-ਵੱਖ ਸਰਵਿਸਿਜ਼ ਪ੍ਰੋਵਾਈਡ ਕਰਵਾਉਂਦੇ ਨੇ, ਉਹਨਾਂ ਨੂੰ ਆਪਾਂ ਇੱਕੋ ਥਾਂ ਦੇ ਉੱਪਰ ਇਹ ਸਾਰਿਆਂ ਦੀਆਂ ਵੀਡੀਓਜ਼ ਜਿਹੜੀਆਂ ਨੇ ਪਹੁੰਚ ਰਹੀਆਂ ਨੇ। ਅੱਜ ਤੁਸੀਂ ਦਸਤਕ ਤੁਹਾਡੇ ਦਰਵਾਜ਼ੇ ਉੱਤੇ ਇਸ ਐਪੀਸੋਡ ਰਾਹੀਂ ਤੁਸੀਂ ਲੋਕਾਂ ਦੇ ਦਰਵਾਜ਼ੇ ਤੇ ਦਸਤਕ ਦੇ ਰਹੇ ਹੋ। ਅੱਜ ਦਾ ਯੁੱਗ ਸੋਸ਼ਲ ਮੀਡੀਆ ਦਾ ਯੁੱਗ ਹੈ, ਹਰ ਇੱਕ ਦੀ ਮੁੱਠੀ 'ਚ ਮੋਬਾਈਲ ਫੋਨ ਹੈ। ਅੱਜ ਸਾਡੇ ਦਰਸ਼ਕਾਂ ਦੇ ਮੋਬਾਈਲ ਦੇ ਵਿੱਚੋਂ ਦੀ ਅੱਜ ਬਲਦੀਪ ਢੀਂਡਸਾ ਜੀ, ਬੌਬ ਢੀਂਡਸਾ ਜੀ ਅੱਜ ਦਸਤਕ ਦੇਣ ਲੱਗੇ ਨੇ। ਤੇ ਨਾਲ ਦਰਸ਼ਕਾਂ ਨੂੰ ਇੱਕ ਇਹ ਵੀ ਦੱਸੋ ਜੀ, ਤੁਸੀਂ ਕੈਨੇਡਾ ਕਦੋਂ ਆਏ ਤੇ ਕਦੋਂ ਇਹ ਮੌਰਟਗੇਜ ਦਾ ਕੰਮ ਸ਼ੁਰੂ ਕੀਤਾ ਜੀ? ਹਾਂਜੀ। ਰਾਮ ਸਿੰਘ ਜੀ, ਮੈਂ ਆਪਣੀ ਪੜ੍ਹਾਈ ਕੰਪਲੀਟ ਕੀਤੀ ਹੈ ਜੀ 2010 ਦੇ ਵਿੱਚ। ਇੰਡੀਆ 'ਚ ਮੈਂ ਆਪਣੀ ਮਾਸਟਰਸ ਕੰਪਲੀਟ ਕੀਤੀ ਸੀ ਜੀ, ਓਕੇ, ਤੇ 2010 ਵਿੱਚ ਹੀ ਮੈਂ ਐਜ਼ ਅ ਸਟੂਡੈਂਟ ਕੈਨੇਡਾ ਆ ਗਿਆ ਸੀ ਜੀ। ਫਿਰ ਮੈਂ ਆਪਣੇ ਪੋਸਟ ਗ੍ਰੈਜੂਏਟ ਐਜੂਕੇਸ਼ਨ ਇੱਥੇ ਕੰਪਲੀਟ ਕੀਤੀ ਜੀ।
ਤੇ ਉਸ ਤੋਂ ਬਾਅਦ ਸੰਨ 2011 ਚ ਮੈਂ ਬੈਂਕ ਦੇ ਨਾਲ ਕੰਮ ਕਰਨਾ ਸ਼ੁਰੂ ਕਰਤਾ ਜੀ, ਤੇ ਉਦੋਂ ਦਾ ਇਹੀ ਕੰਮ ਕਰ ਰਿਹਾ ਜੀ। ਤੇ ਓਕੇ ਉਸ ਤੋਂ ਬਾਅਦ ਮੋਰਗੇਜਿਸ ਚ ਆ ਗਿਆ ਬਹੁਤ ਥੋੜੇ ਸਮੇਂ ਦੇ ਵਿੱਚ ਹੀ। ਓਕੇ ਤੇ ਹੁਣ ਫਿਰ ਬਾਬਾ ਜੀ ਦੀ ਮਿਹਰ ਨਾਲ ਇਸੇ ਕੰਮ 'ਚ ਹੀ ਉਦੋਂ ਦੀ ਜਿਹੜੀ ਆ ਮਿਹਨਤ ਕਰ ਰਹੇ ਹਾਂ ਜੀ। ਓਕੇ ਬਾਬੂ ਜੀ, ਅੱਜ ਤੁਸੀਂ ਸਾਡੇ ਦਰਸ਼ਕਾਂ ਨੂੰ ਬਹੁਤ ਹੀ ਇੱਕ ਕੀਮਤੀ ਜਾਣਕਾਰੀ ਦੇਣ ਚੱਲੇ ਹੋ, ਜੋ ਕਿ ਕੋਵਿਡ-19 ਦੌਰਾਨ CMHC ਵੱਲੋਂ ਮੌਰਟਗੇਜ ਚੇਂਜਸ ਦੇ ਵਿੱਚ ਨਵੀਆਂ ਚੇਂਜਸ ਜਿਹੜੀਆਂ ਆ ਰਹੀਆਂ ਨੇ ਮੌਰਟਗੇਜ ਦੇ ਵਿੱਚ, ਉਹਦੇ ਬਾਰੇ ਦੱਸਣ ਜਾ ਰਹੇ ਹੋ। ਪਰ ਮੈਂ ਚਾਹਾਂਗਾ ਕਿ ਉਸ ਤੋਂ ਪਹਿਲਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸੋ ਕਿ ਕਿਹੜੇ-ਕਿਹੜੇ ਕੰਮਾਂ ਦੇ ਲਈ ਸਾਡੇ ਦਰਸ਼ਕ ਬਾਬੂ ਢੀਂਡਸਾ ਜੀ ਨੂੰ ਪਿਕ ਕਰਨ ਕੇ ਅਸੀਂ ਉਹਨਾਂ ਕੋਲੇ ਜਾਈਏ, ਆਹ ਮੇਰੇ ਕੰਮ ਮੈਂ ਕਰਾਉਣੇ ਨੇ। ਵਿਸ਼ੇਸ਼ ਤੌਰ ਤੇ ਆਪਣੇ ਕੈਨੇਡਾ ਵਿੱਚ ਬਹੁਤ ਸਾਰਾ ਯੂਥ ਆ ਰਿਹਾ, ਸਟੂਡੈਂਟ ਆ ਰਹੇ ਨੇ, ਨਵੇਂ ਫੈਮਿਲੀਜ਼ ਜਿਹੜੀਆਂ ਇਮੀਗ੍ਰੈਂਟ ਹੋ ਰਹੀਆਂ ਨੇ, ਕੁਝ ਉਹ ਨੇ ਜਿਨ੍ਹਾਂ ਦਾ ਹਾਲੇ ਮੌਰਟਗੇਜ ਖੇਤਰ ਵਿੱਚ ਵਾਹ ਨਹੀਂ ਪਿਆ ਹੁੰਦਾ, ਉਹਨਾਂ ਦੇ ਅੰਦਰ ਉਹੀ ਇੱਕ ਪਿਕਚਰ ਬਣੀ ਹੁੰਦੀ ਹੈ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਹੁੰਦਾ ਹੈ। ਇੱਥੇ ਬਹੁਤ ਕੁਝ ਜਿਹੜਾ ਹੈ ਬੜਾ ਈਜ਼ੀ ਵੀ ਹੈ, ਔਰ ਉਹਦਾ ਸਿਸਟਮ ਵੀ ਬੜਾ ਕਲੀਨ ਹੈਗਾ। ਤੇ ਪਲੀਜ਼ ਤੁਸੀਂ ਉਹ ਦੱਸੋ ਕਿ ਕਿਹੜੇ-ਕਿਹੜੇ ਕੰਮਾਂ ਦਾ ਫਾਇਦਾ ਤੁਹਾਡੇ ਤੋਂ ਸਾਡੇ ਦਰਸ਼ਕ ਉਠਾ ਸਕਦੇ ਨੇ। ਹਾਂਜੀ, ਨਹੀਂ ਜ਼ਰੂਰ ਰਾਮ ਸਿੰਘ ਜੀ। ਅਮ, ਮੈਂ ਮੇਰੇ ਜਿਹੜਾ ਸਾਡਾ ਸਿੱਖ ਭਾਈਚਾਰਾ ਵਾ ਜੀ, ਹਾਂਜੀ, ਮੈਨੂੰ ਬੜੀ ਖੁਸ਼ੀ ਮਿਲਦੀ ਹੈ ਜੀ ਆਪਣੇ ਭਾਈਚਾਰੇ ਨਾਲ, ਆਪਣੇ ਜੀਆਂ ਨਾਲ, ਆਪਣੇ ਪਰਿਵਾਰਾਂ ਨਾਲ ਕੰਮ ਕਰਕੇ ਜੀ। ਵਾਹ ਵਾਹ। ਤੇ ਸਾਡੇ ਪਰਿਵਾਰਾਂ ਦੇ ਵਿੱਚ ਬਹੁਤ ਨਵੇਂ ਪਰਿਵਾਰ ਆ ਰਹੇ ਨੇ ਜੀ, ਕਈ ਬਹੁਤ ਲੰਬੇ ਸਮੇਂ ਤੋਂ ਰਹਿ ਰਹੇ ਨੇ, ਸਾਡੇ ਸਟੂਡੈਂਟ ਭੈਣ ਭਰਾ ਉਹ ਆ ਰਹੇ ਨੇ। ਇਹਨਾਂ ਸਾਰਿਆਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਕੁਐਸਚਨ ਹੋਵੇ ਓਕੇ ਜਾਂ ਉਹ ਕਿਸੇ ਵੀ ਤਰ੍ਹਾਂ ਦਾ ਮੋਰਗੇਜ ਲੈਣਾ ਚਾਹਣ ਘਰ ਬਾਏ ਕਰਨ ਵਾਸਤੇ, ਤੇ ਮੈਂ ਉਸ ਚੀਜ਼ ਵਿੱਚ ਉਹਨਾਂ ਦੀ ਮਦਦ ਕਰ ਸਕਦਾ। ਆਮ ਤੌਰ ਤੇ ਜਦੋਂ ਅਸੀਂ ਸੁਣਦੇ ਹਾਂ ਕਿ ਮੋਰਗੇਜ ਲੈਣੀ ਹੈ ਜੀ, ਤੇ ਅਸੀਂ ਸੋਚੀਦਾ ਇੱਕੋ ਹੀ ਤਰ੍ਹਾਂ ਦੀ ਮੋਰਗੇਜ ਹੋਏਗੀ, ਸਿਰਫ ਜਦੋਂ ਘਰ ਲੈਣਾ ਉਦੋਂ ਹੀ ਮੋਰਗੇਜ ਦੀ ਜ਼ਰੂਰਤ ਪੈ ਸਕਦੀ ਆ, ਜਾਂ ਉਦੋਂ ਹੀ ਆਪਾਂ ਕਿਸੇ ਮੋਰਗੇਜ ਸਪੈਸ਼ਲਿਸਟ ਨੂੰ ਕੰਟੈਕਟ ਕਰੀਏ ਜਾਂ ਸੰਪਰਕ ਕਰੀਏ। ਬਟ ਮੈਂ ਦੱਸਣਾ ਚਾਹੂੰਗਾ ਵੀ ਕਈ ਤਰ੍ਹਾਂ ਦੀਆਂ ਮੋਰਗੇਜਸ ਨੇ ਜੀ ਇੱਥੇ ਕੈਨੇਡਾ ਵਿੱਚ। ਜੇ ਆਪਾਂ ਘਰ ਬਾਏ ਕਰਨਾ ਚਾਹੁੰਦੇ ਹਾਂ, ਜਾਂ ਆਪਾਂ ਘਰ ਬਣਵਾਉਣਾ ਚਾਹੁੰਦੇ ਹਾਂ, ਜਾਂ ਖੁਦ ਵੀ ਬਣਾਉਣਾ ਚਾਹੁੰਦੇ ਹਾਂ, ਉਹਦੀਆਂ ਵੀ ਜਿਹੜੀਆਂ ਨੇ ਮੋਰਗੇਜਸ ਹੈ ਨੇ। ਜਾਂ ਅਸੀਂ ਆਲਰੇਡੀ ਘਰ ਖਰੀਦਿਆ ਹੋਇਆ ਆ, ਤੇ ਜਦੋਂ ਸਾਡਾ ਰਿਨਿਊਅਲ ਆਉਂਦਾ ਵਾ ਜਾਂ ਕੋਈ ਚੇਂਜਸ ਆਪਾਂ ਕਰਨਾ ਚਾਹੁੰਦੇ ਹਾਂ, ਜਾਂ ਅਸੀਂ ਆਪਣੇ ਘਰ ਦੇ ਵਿੱਚੋਂ ਇਕੁਇਟੀ ਕੱਢਣਾ ਚਾਹੁੰਦੇ ਹਾਂ, ਓਕੇ ਉਹ ਕਿਸੇ ਵੀ ਤਰ੍ਹਾਂ ਦੀ ਜਦੋਂ ਹੈਲਪ ਚਾਹੀਦੀ ਆ, ਤੇ ਉਹਦੇ ਵਿੱਚ ਮੈਂ ਆਪਣੇ ਜਿਹੜੇ ਸਾਡੇ ਵਿਊਅਰਸ ਨੂੰ ਦੱਸਣਾ ਚਾਹੂੰਗਾ ਵੀ ਮਦਦ ਕਰ ਸਕਦਾ ਵਾਂ। ਤੇ ਭਾਵੇਂ ਉਹ ਰੇਟ ਵਧੀਆ ਲੈਣਾ ਵਾ, ਜਾਂ ਇਕੁਇਟੀ ਕੱਢਣੀ ਆ, ਜਾਂ ਘਰ ਬਾਏ ਕਰਨਾ ਵਾ, ਜਾਂ ਘਰ ਬਣਵਾਉਣਾ ਚਾਹੁੰਦੇ ਹਾਂ ਅਸੀਂ। ਓਕੇ ਓਕੇ ਬਾਬੂ ਜੀ, ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸੋ ਕਿ ਜਦੋਂ ਦਰਸ਼ਕਾਂ ਨੂੰ ਤੁਹਾਡੇ ਬਾਰੇ ਉਹਨਾਂ ਨੇ ਪੜ੍ਹਿਆ ਤੇ ਤੁਹਾਡੇ ਬਾਰੇ ਵੀਡੀਓ ਦੇਖੀ, ਇਸ ਵੀਡੀਓ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਡਾ ਕੰਟੈਕਟ ਨੰਬਰ ਸਾਰਾ ਕੁਝ ਹੈ, ਤੇ ਉਹਨਾਂ ਨੂੰ ਬੜੇ ਵਧੀਆ ਵਿਚਾਰ ਲੱਗੇ ਤੇ ਉਹ ਤੁਹਾਡੇ ਤੱਕ ਆਉਂਦੇ ਨੇ। ਉਸ ਤੋਂ ਬਾਅਦ ਜਦੋਂ ਤੁਹਾਡੇ ਕੋਲ ਆਏ ਤਾਂ ਉਹ ਪ੍ਰੋਸੈਸ ਕਿਸ ਤਰ੍ਹਾਂ ਦਾ ਚੱਲਦਾ ਹੈ, ਕੀ ਪ੍ਰੋਸੈਸ ਹੁੰਦਾ ਹੈ? ਹਾਂਜੀ। ਅ, ਕੈਨੇਡਾ ਦੇ ਵਿੱਚ ਰਾਮ ਸਿੰਘ ਜੀ 3 ਅਹਿਮ ਚੀਜ਼ਾਂ ਨੇ ਜੀ, ਜਿਹਦੇ ਆਲੇ-ਦੁਆਲੇ ਜਿਹੜੀਆਂ ਮੌਰਗੇਜਸ ਦੇ ਸਾਰੇ ਰੂਲਸ, ਅਪਰੂਵਲ, ਸਾਰਾ ਕੁਝ ਘੁੰਮਦਾ ਵਾ ਜੀ। ਹਾਂਜੀ ਉਹ ਮੈਂ ਦਰਸ਼ਕਾਂ ਨਾਲ ਸਾਂਝੀਆਂ ਕਰਨਾ ਚਾਹਾਂਗਾ ਜੀ। ਇੱਕ ਤੇ ਆ ਗਈ ਜੀ ਪਹਿਲੇ ਨੰਬਰ ਤੇ ਡਾਊਨ ਪੇਮੈਂਟ, ਕਿ ਓਕੇ ਜਦੋਂ ਵੀ ਆਪਾਂ ਘਰ ਬਾਏ ਕਰ ਰਹੇ ਹਾਂ ਜਾਂ ਉਹ 'ਚੋਂ ਕੋਈ ਇਕੁਇਟੀ ਕੱਢ ਰਹੇ ਹਾਂ, ਤੇ ਆਪਾਂ ਜਿਹੜੀ ਡਾਊਨ ਪੇਮੈਂਟ ਆ ਉਹ ਕਿੰਨੀ ਕਰਨਾ ਚਾਹੁੰਦੇ ਹਾਂ ਜੀ। ਓਕੇ ਦੂਜੇ ਨੰਬਰ ਤੇ ਆ ਜਾਂਦੀ ਹੈ ਜੀ ਇਨਕਮ, ਕਿ ਆਪਾਂ ਕਿੰਨੇ ਪੈਸੇ ਬਣਾ ਰਹੇ ਹਾਂ, ਕਿੱਦਾਂ ਬਣਾ ਰਹੇ ਹਾਂ। ਹੁਣ ਇਹਦੇ ਵਿੱਚ ਸਾਡੀ ਕਮਿਊਨਿਟੀ 'ਚ ਅਸੀਂ ਬੜੇ ਜਾਣੇ ਜਿਹੜੇ ਆਪਣੇ ਬਿਜ਼ਨੈਸਿਸ ਓਨ ਕਰਦੇ ਹਾਂ ਜੀ, ਭਾਵੇਂ ਉਹ ਟਰੱਕਿੰਗ ਇੰਡਸਟਰੀ ਹੋਵੇ, ਸਾਡੀ ਕੈਬ ਇੰਡਸਟਰੀ ਹੋਵੇ, ਸਮਾਲ ਬਿਜ਼ਨੈਸਿਸ ਹੋਣ। ਤੇ ਫਿਰ ਦੂਜੇ ਨੰਬਰ ਤੇ ਉਹ ਇਨਕਮ ਨੂੰ ਜਿਹੜਾ ਵਾ ਕਿੱਦਾਂ ਅਸੀਂ ਯੂਜ਼ ਕਰ ਸਕਦੇ ਹਾਂ, ਉਹ ਆ ਜਾਂਦੀ ਹੈ ਜੀ। ਤੇ ਤੀਜੇ ਨੰਬਰ ਤੇ ਆ ਜਾਂਦਾ ਜੀ ਸਾਡਾ ਕ੍ਰੈਡਿਟ, ਜਾਂ ਅਸੀਂ ਹੋਰ ਜਿਹੜੇ ਕੋਈ ਲੋਨ ਲਏ ਹੋਏ ਨੇ, ਕ੍ਰੈਡਿਟ ਕਾਰਡ ਨੇ, ਲਾਈਨ ਆਫ ਕ੍ਰੈਡਿਟ ਨੇ। ਸੋ ਇਹ 3 ਅਹਿਮ ਚੀਜ਼ਾਂ ਨੇ ਜੀ, ਜਿਹਦੇ ਆਲੇ-ਦੁਆਲੇ ਜਿਹੜੀਆਂ ਵਾ ਮੌਰਗੇਜਸ ਉਹ ਘੁੰਮਦੀਆਂ ਨੇ। ਸੋ ਜਦੋਂ ਇੱਕ ਵਾਰੀ ਸਾਡੇ ਨਾਲ ਸਾਡੇ ਕਲਾਇੰਟ ਸੰਪਰਕ ਕਰਦੇ ਨੇ, ਸਾਡੇ ਭੈਣ ਭਰਾ ਸੰਪਰਕ ਕਰਦੇ ਨੇ, ਮੇਰਾ ਜਿਹੜਾ ਪਹਿਲਾ ਮਕਸਦ ਹੁੰਦਾ ਜੀ ਕਿ ਭਾਵੇਂ ਉਹਨਾਂ ਕੋਲ ਸਾਰੀ ਇਨਫੋਰਮੇਸ਼ਨ ਹੋਵੇ, ਬਟ ਇਹ ਥੋੜੇ ਸਮੇਂ ਦੇ ਵਿੱਚ ਇਨਫੋਰਮੇਸ਼ਨ ਬਹੁਤ ਜ਼ਿਆਦਾ, ਜਾਂ ਰੂਲਸ ਐਂਡ ਰੈਗੂਲੇਸ਼ਨਸ ਬਹੁਤ ਜ਼ਿਆਦਾ ਚੇਂਜ ਹੋਏ ਨੇ ਜੀ। ਸੋ ਮੇਰਾ ਜਿਹੜਾ ਪਹਿਲਾ ਫਰਜ਼ ਹੁੰਦਾ ਵਾ ਕਿ ਮੈਂ ਉਹਨਾਂ ਦੇ ਨਾਲ ਸਾਰੀਆਂ ਗੱਲਾਂ ਸਾਂਝੀਆਂ ਕਰਾਂ, ਕਿ ਉਹ ਪ੍ਰੋਸੈਸ ਪੂਰਾ ਕਿੱਦਾਂ ਅਸੀਂ ਕਰ ਸਕਦੇ ਹਾਂ, ਕੀ ਉਹ ਕਰਨਾ ਚਾਹੁੰਦੇ ਨੇ, ਕੀ ਉਹਨਾਂ ਦੀਆਂ ਆਪਸ਼ਨਸ ਨੇ, ਕੀ ਉਹਦੇ ਫਾਇਦੇ ਨੁਕਸਾਨ ਨੇ, ਤੇ ਫਿਰ ਅਸੀਂ ਉਹਨਾਂ ਨੂੰ ਡਿਸਾਈਡ ਕਰਨ ਦੇਈਦਾ ਵਾ ਕਿ ਉਹਨਾਂ ਵਾਸਤੇ ਬੈਸਟ ਆਪਸ਼ਨ ਕਿਹੜੀ ਵਰਕ ਕਰਦੀ ਹੈ ਜੀ। ਓਕੇ ਤੇ ਉਸ ਤੋਂ ਬਾਅਦ ਅਸੀਂ ਡਾਕੂਮੈਂਟਸ, ਅਪਰੂਵਲ, ਤੇ ਐਂਡ ਤੇ ਜਾ ਕੇ ਜਿਹੜੀ ਆ ਉਹ ਫੰਡਿੰਗ ਹੁੰਦੀ ਹੈ ਜੀ।
ਓਕੇ ਜੀ। ਬਾਬੂ ਜੀ, ਇੱਕ ਨਵੇਂ ਜਿਹੜੇ ਆਪਣੇ ਦਰਸ਼ਕ ਹਨ, ਉਹਨਾਂ ਨੂੰ ਪਲੀਜ਼ ਦੱਸਿਓ ਕਿ ਪ੍ਰੋਸੈਸ ਕਿੰਨੇ ਚਿਰ ਦਾ ਹੁੰਦਾ ਹੈ ਤੇ ਮਿਨੀਮਮ ਟੂ ਮਿਨੀਮਮ ਕਿੰਨੀ ਡਾਊਨ ਪੇਮੈਂਟ ਦੇ ਨਾਲ ਇਹ ਚੀਜ਼ਾਂ ਹੋ ਜਾਂਦੀਆਂ ਨੇ। ਬਹੁਤ ਵਧੀਆ ਸਵਾਲ ਹੈ ਰਾਮ ਸਿੰਘ ਜੀ। ਜਿਹੜਾ ਪ੍ਰੋਸੈਸ ਆ ਜੀ, ਇਹ ਵੇਰੀ ਕਰਦਾ ਜੀ ਪਰਸਨ ਟੂ ਪਰਸਨ, ਐਪਲੀਕੇਸ਼ਨ ਟੂ ਐਪਲੀਕੇਸ਼ਨ। ਪਰ ਜਿਹੜਾ ਆਮ ਤੌਰ ਤੇ ਅਸੀਂ ਕਹਿੰਦੇ ਆ ਵੀ ਜਦੋਂ ਅਸੀਂ ਸਾਰੇ ਡਾਕੂਮੈਂਟਸ ਜਿਹੜੇ ਆ ਉਹ ਅਸੀਂ ਇਕੱਠੇ ਕਰ ਲਈਏ, ਸਾਨੂੰ ਪ੍ਰੋਵਾਈਡ ਕਰ ਦਿੱਤੇ ਜਾਣ, ਤੇ ਅਸੀਂ ਉਹ ਜਿਹੜੀ ਪੂਰੀ ਪ੍ਰਕਿਰਿਆ ਵਾ ਉਹਨੂੰ 3 ਤੋਂ 5 ਦਿਨ ਦੇ ਵਿੱਚ ਪੂਰਾ ਕੀਤਾ ਜਾ ਸਕਦਾ। ਪਰ ਮੈਂ ਇਸ ਟਾਈਮ ਤੇ ਇਹ ਵੀ ਦੱਸਣਾ ਚਾਹਾਂਗਾ ਵੀ ਕਈ ਕੇਸਿਸ ਦੇ ਵਿੱਚ ਥੋੜਾ ਸਮਾਂ ਵੱਧ ਵੀ ਲੱਗ ਸਕਦਾ, ਹੂੰ ਹੂੰ। ਡਿਪੈਂਡਿੰਗ ਔਨ ਕਿ ਜੇ ਸਾਨੂੰ ਕੋਈ ਅਪਰੇਜ਼ਲ ਚਾਹੀਦਾ ਵਾ ਜੀ ਉਸ ਘਰ ਦੇ ਉੱਤੇ, ਜਾਂ ਕੋਈ ਐਕਸੈਪਸ਼ਨਸ ਚਾਹੀਦੀਆਂ ਨੇ, ਤੇ ਉਹ ਚੀਜ਼ਾਂ ਕਰਕੇ ਥੋੜਾ ਜਿਹਾ ਸਮਾਂ ਵੱਧ ਵੀ ਲੱਗ ਸਕਦਾ। ਪਰ ਇੱਕ ਵਾਰੀ ਜਦੋਂ ਸਾਰੇ ਡਾਕੂਮੈਂਟਸ ਇਕੱਠੇ ਕਰ ਲਏ ਜਾਣ, ਸਬਮਿਟ ਕਰ ਦਿੱਤੇ ਜਾਣ, ਤੇ 3 ਤੋਂ 5 ਦਿਨ ਦੇ ਵਿੱਚ ਵਰਕਿੰਗ ਡੇਜ਼ ਦੇ ਵਿੱਚ ਇਸ ਚੀਜ਼ ਦਾ ਜਿਹੜਾ ਵਾ ਉਹ ਆਨਸਰ ਆ ਜਾਂਦਾ। ਓਕੇ। ਬਾਬੂ ਜੀ, ਇੱਕ ਹੋਰ ਜਿਹੜੇ ਖਾਸ ਤੌਰ ਤੇ ਪਹਿਲੀ ਵਾਰ ਘਰ ਲੈ ਰਹੇ ਨੇ, ਜਿਹੜੇ ਨਵੇਂ ਨੇ, ਉਹਨਾਂ ਵਾਸਤੇ ਮੈਂ ਚਾਹਾਂਗਾ ਇੱਕ ਚੀਜ਼ ਹੋਰ ਕਲੀਅਰ ਕਰੋ ਕਿ ਜਦੋਂ ਮੰਨ ਲਓ ਘਰ ਦੀ ਆਫਰ ਐਕਸੈਪਟ ਹੋ ਜਾਂਦੀ ਹੈ ਕਿ ਇਹਨੇ ਸਾਰੀ ਡੀਲ ਫਾਈਨਲ ਹੋ ਗਈ ਹੈ ਤੇ ਉਹ ਉਸ ਤੋਂ ਬਾਅਦ ਲੋਨ ਅਪਲਾਈ ਕਰ ਰਿਹਾ, ਤੇ ਉਹਦੇ ਚ ਅਗਰ ਕੋਈ ਕੰਮ ਹੋਣ ਵਾਲਾ ਹੈ ਇਸ ਤਰ੍ਹਾਂ ਦਾ, ਉਹਦੇ ਵਾਸਤੇ ਵੀ ਕੁਝ ਮੌਰਟਗੇਜ ਮਿਲਦੀ ਹੈ। ਬਿਲਕੁਲ ਹਾਂਜੀ। ਹਾਂਜੀ ਸੋ ਜਦੋਂ ਲੈਟਸ ਸੇ ਜੇ ਅਸੀਂ ਕੋਈ ਘਰ ਪਸੰਦ ਕਰ ਲਿਆ ਜੀ, ਹਾਂਜੀ। ਉਸ ਘਰ ਵਿੱਚ ਥੋੜੇ ਬਹੁਤੇ ਅਸੀਂ ਚੇਂਜਸ ਕਰਨਾ ਚਾਹੁੰਦੇ ਹਾਂ, ਕੁਝ ਇੰਪਰੂਵਮੈਂਟਸ ਕਰਨਾ ਚਾਹੁੰਦੇ ਹਾਂ ਜੀ, ਓਕੇ ਤੇ ਬਿਲਕੁਲ ਉਹਦੇ ਵਾਸਤੇ ਵੀ ਅਸੀਂ ਉਸੇ ਮੋਰਗੇਜ ਦੇ ਵਿੱਚ ਹੀ ਆਪਾਂ ਬੈਂਕ ਨੂੰ ਕਹਿ ਸਕਦੇ ਹਾਂ ਕਿ ਅਸੀਂ ਆਹ ਕੰਮ ਕਰਵਾਉਣਾ ਚਾਹੁੰਦੇ ਹਾਂ ਜੀ, ਇੰਨੇ ਪੈਸੇ ਲੱਗਣਗੇ ਜੀ, ਤੇ ਉਸ ਚੀਜ਼ ਨੂੰ ਵੀ ਉਸੇ ਮੋਰਗੇਜ ਦੇ ਵਿੱਚ ਐਡ ਕੀਤਾ ਜਾ ਸਕਦਾ, ਓਕੇ। ਤੇ ਅਸੀਂ ਆਪਣਾ ਮਨਪਸੰਦੀਦਾ ਕੰਮ ਕਰਾ ਕੇ ਤੇ ਆਪਣੇ ਮਨਪਸੰਦੀਦਾ ਘਰ ਦੇ ਵਿੱਚ ਰਹਿ ਸਕਦੇ ਹਾਂ ਜੀ। ਇਟ ਮੀਨਸ ਮੈਨੂੰ ਜਿਸ ਤਰ੍ਹਾਂ ਸਮਝ ਲੱਗੀ ਕਿ ਬਿਲਕੁਲ ਜਿਹੜਾ ਨਵਾਂ ਹੁੰਦਾ ਹੈ, ਫੋਰ ਐਗਜ਼ਾਮਪਲ ਕਿਸੇ ਦੀ ਜਿਹੜੀ ਹੈ 350 ਜਾਂ 450 ਦੀ ਉਹਦਾ ਲੋਨ ਜਿਹੜਾ ਹੈ ਅਪਲਾਈ ਹੁੰਦਾ ਹੈ, ਤੇ ਔਰ ਉਹਦੀ ਜਿਹੜੀ ਆਫਰ ਜਿਹੜੀ ਹੈ ਉਹ ਉਸ ਤੋਂ 20,000 ਘੱਟ ਦੀ ਉਹਦਾ ਫਾਈਨਲ ਡੀਲ ਹੋ ਜਾਂਦੀ ਹੈ, ਤੇ 20,000 ਦਾ ਕੰਮ ਹੋਣ ਵਾਲਾ ਹੈ, ਤਾਂ ਉਹਦੇ ਇਹਦਾ ਮਤਲਬ ਜਿੰਨਾ ਲੋਨ ਮਿਲ ਜਾਂਦਾ ਹੈ ਉਤਨੇ ਲੋਨ ਦਾ ਉਹ ਜਿਹੜਾ ਹੈ ਵਿਚਕਾਰ ਜਿਹੜਾ ਗੈਪ ਹੈ, ਉਹਨਾਂ ਕੁ ਲੋਨ ਉਹਨੂੰ ਉਹਦੇ ਵਾਸਤੇ ਵੀ ਹੋ ਸਕਦਾ ਹੈ। ਹਾਂਜੀ, ਬਿਲਕੁਲ ਸਹੀ ਜੀ। ਅੱਛਾ, ਆਪਾਂ ਆਪਣੇ ਦਰਸ਼ਕਾਂ ਨੂੰ ਇੱਕ ਐਗਜ਼ਾਮਪਲ ਦੇ ਦਿੰਨੇ ਆ ਜੀ। ਹਾਂਜੀ ਹਾਂਜੀ। ਜੇ ਅਸੀਂ ਮੰਨੋ ਵੀ 4 ਲੱਖ ਦੀ ਤੁਹਾਡੀ ਡੀਲ ਫਾਈਨਲ ਹੋਈ ਹੈ ਜੀ, ਤੁਸੀਂ 4 ਲੱਖ ਦਾ ਇੱਕ ਬਣਿਆ ਹੋਇਆ ਘਰ ਜਿਹੜਾ ਵਾ ਉਹ ਖਰੀਦ ਰਹੇ ਜੇ। ਓਕੇ। ਪਰ ਤੁਸੀਂ ਉਹਦੇ ਵਿੱਚ ਕੁਝ ਐਡੀਸ਼ਨਸ ਕਰਨਾ ਚਾਹੁੰਦੇ ਜੇ। ਹੂੰ ਹੂੰ। ਲੈਟਸ ਸੇ $20,000 ਉਹਦਾ ਜਿਹੜਾ ਵਾ ਖਰਚਾ ਆਏਗਾ। ਹਾਂਜੀ ਹਾਂਜੀ। ਤੇ ਅਸੀਂ ਬੈਂਕ ਨੂੰ ਇਹ ਕਹਿ ਸਕਦੇ ਹਾਂ ਕਿ ਅਸੀਂ ਆਹ ਕੰਮ ਕਰਾਉਣਾ ਚਾहेंगे। ਸਾਨੂੰ ਦੱਸਣਾ ਪਏਗਾ ਬੈਂਕ ਨੂੰ ਕਿ ਅਸੀਂ ਆਹ ਚੀਜ਼ਾਂ ਕਰਵਾਉਣਾ ਚਾਹੁੰਦੇ ਹਾਂ। ਹੂੰ ਹੂੰ। ਉਹ ਕੋਈ ਪ੍ਰੋਸੈਸ ਹੁੰਦਾ ਜੀ, ਉਹਨੂੰ ਫੋਲੋ ਕਰਦੇ ਨੇ, ਤੇ ਅਸੀਂ ਉਸ ਜਿਹੜਾ 4,20,000 ਦਾ ਡਾਲਰਾਂ ਦਾ ਲੋਨ ਹੋ ਪੂਰਾ ਅਮਾਉਂਟ ਦਾ ਅਸੀਂ ਅਪਰੂਵਲ ਲੈ ਸਕਦੇ ਹਾਂ ਜੀ। ਫਿਰ ਉਹ ਜਿਹੜੀ ਤੁਸੀਂ ਕਹਿ ਲਓ ਵੀ ਪਰਚੇਸ ਪ੍ਰਾਈਸ ਇੱਕ ਹਿਸਾਬ ਨਾਲ ਜਿਹੜੀ ਉਹ 4,20,000 ਦੇ ਤੌਰ ਤੇ ਜਾਂਦਾ। ਓਕੇ ਬੈਂਕ ਉਹਨੂੰ ਕਾਊਂਟ ਕਰੇਗਾ ਜੀ। ਓਕੇ। ਇੱਕ ਹੋਰ ਵੀ ਮੇਰੇ ਖਿਆਲ ਦੇ ਵਿੱਚ ਇਹਦੇ 'ਚ ਇਸ ਤਰ੍ਹਾਂ ਵੀ ਹੁੰਦਾ ਕਿ ਜਿਵੇਂ ਮੰਨ ਲਓ 4 ਲੱਖ ਦੀ ਉਹਨੇ ਡੀਲ ਫਾਈਨਲ ਹੋ ਗਈ ਹੈ, 20,000 ਦਾ ਕੰਮ ਕਰਵਾਉਣਾ ਹੈਗਾ, ਉਹ ਜਿਹੜਾ 20,000 ਹੈ ਉਹ ਬੈਂਕ ਕਿਸ ਹਿਸਾਬ ਨਾਲ ਦਿੰਦਾ ਹੈਗਾ? ਜਦੋਂ ਕੰਮ ਹੋ ਜਾਂਦਾ ਹੈ ਉਦੋਂ ਬਾਅਦ ਉਹ ਰਿਲੀਜ਼ ਕਰਦਾ ਹੈ, ਜਾਂ ਕੀ ਉਹਦਾ ਪ੍ਰੋਸੈਸ ਕੀ ਹੈ? ਬਹੁਤ ਬਹੁਤ ਵਧੀਆ ਸਵਾਲ ਰਾਮ ਸਿੰਘ ਜੀ। ਹਾਂਜੀ, ਬਿਲਕੁਲ। ਇਹ ਅਸੀਂ ਹਮੇਸ਼ਾ ਆਪਣੇ ਜਿਹੜੇ ਭੈਣ ਭਰਾ ਨੇ, ਕਲਾਇੰਟਸ ਨੂੰ ਦੱਸੀਦਾ ਵਾ ਹੂੰ ਹੂੰ। ਕਿ ਬੈਂਕ ਉਦੋਂ ਹੀ ਪੈਸੇ ਰਿਲੀਜ਼ ਕਰ ਸਕਦਾ ਜੀ ਜਦੋਂ ਇੱਕ ਵਾਰੀ ਉਹ ਕੰਮ ਕੰਪਲੀਟ ਹੋ ਜੇ। ਓਕੇ। ਸੋ ਅਪਰੂਵਲ ਪਹਿਲਾਂ ਆ ਜਾਏਗਾ ਜੀ। ਹੂੰ ਹੂੰ। ਉਹਦੀਆਂ ਹਦਾਇਤਾਂ ਜਿਹੜੀਆਂ ਉਹ ਤੁਹਾਡੇ ਵਕੀਲ ਨੂੰ ਚਲੀਆਂ ਜਾਣਗੀਆਂ, ਹੂੰ ਹੂੰ। ਪੈਸੇ ਰਿਲੀਜ਼ ਹੋ ਜਾਣਗੇ। ਉਹ ਤੁਹਾਡੇ ਵਕੀਲ ਜਿਹੜੇ ਨੇ ਇੱਥੇ ਕੈਨੇਡਾ ਦੇ ਵਿੱਚ, ਉਹ ਕੰਟਰੋਲ ਕਰਦੇ ਨੇ ਜੀ ਉਸ ਚੀਜ਼ ਨੂੰ। ਓਕੇ। ਸੋ ਜਦੋਂ ਬੈਂਕ ਨੂੰ ਵਕੀਲ ਕਹੇਗਾ ਕਿ ਹਾਂਜੀ ਜੀ, ਇਹ ਕੰਮ ਜਿਹੜਾ ਵਾ ਮੇਰੇ ਕਲਾਇੰਟਸ ਨੇ ਪੂਰਾ ਕਰਵਾ ਲਿਆ ਵਾ, ਤੇ ਉਹ ਜਿਹੜੇ ਅਮਾਉਂਟ ਆ, ਜਿਹੜਾ ਇੰਪਰੂਵਮੈਂਟਸ ਦਾ ਐਡੀਸ਼ਨਲ ਅਮਾਉਂਟ ਹੋਏਗਾ ਜੀ, ਉਹ ਫਿਰ ਕਲਾਇੰਟਸ ਨੂੰ ਜਿਹੜਾ ਵਾ ਸਾਡੇ ਭੈਣ ਭਰਾਵਾਂ ਨੂੰ ਰਿਲੀਜ਼ ਕਰ ਦਿੱਤਾ ਜਾਂਦਾ ਜੀ। ਓਕੇ। ਬਾਬੂ ਜੀ, ਇੱਕ ਜਿਹੜੀ ਅੱਜ ਸਭ ਤੋਂ ਅਹਿਮ ਤੁਸੀਂ ਜਾਣਕਾਰੀ ਜਿਹੜੀ ਸਾਡੇ ਦਰਸ਼ਕਾਂ ਨੂੰ ਦੇਣੀ ਚਾਹੁੰਦੇ ਹੋ, ਕੋਵਿਡ-19 ਦੌਰਾਨ ਜਿਹੜੀਆਂ ਮੌਰਟਗੇਜ ਚੇਂਜਸ ਜਿਹੜੀਆਂ ਰੀਸੈਂਟਲੀ ਹੋਈਆਂ ਨੇ, ਉਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਜੀ। ਹਾਂਜੀ, ਨਹੀਂ ਬਿਲਕੁਲ ਜੀ। ਉਹ ਇੱਕ ਇਹੋ ਜਿਹੀ ਚੀਜ਼ ਆ ਜੀ ਜਿਹੜੀ ਅਸੀਂ ਆਪਣੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਨਾ ਚਾਹਾਂਗੇ, ਬਹੁਤ ਜ਼ਰੂਰੀ ਆ। ਸੀਐਮਐਚਸੀ ਨੇ ਪਿਛਲੇ ਕੁਝ ਸਾਲਾਂ ਵਿੱਚ, ਪਹਿਲਾਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਜੀ ਕਿ ਜਿਹੜੀ ਸੀਐਮਐਚਸੀ ਆ, ਇਹਦੀ ਫੁੱਲ ਫਾਰਮ ਹੈਗੀ ਜੀ ਕੈਨੇਡਾ ਮੋਰਗੇਜ ਹਾਊਸਿੰਗ ਕਾਰਪੋਰੇਸ਼ਨ। ਇੱਕ ਫੈਡਰਲ ਬਾਡੀ ਹੈ ਜੀ ਜਿਹੜਾ ਤਕਰੀਬਨ ਕਾਫੀ ਮੋਰਗੇਜ ਦੇ ਰੂਲਸ ਰੈਗੂਲੇਸ਼ਨਸ ਨੂੰ ਕੰਟਰੋਲ ਕਰਦੀ ਹੈ ਜੀ ਇੱਥੇ ਕੈਨੇਡਾ ਦੇ ਵਿੱਚ। ਤੇ ਰੀਸੈਂਟਲੀ ਇਹਨਾਂ ਨੇ ਕੋਵਿਡ-19 ਦੇ ਕਾਰਨ ਇਹ ਆਪਣੀਆਂ ਸਟੱਡੀਜ਼ ਕੰਡਕਟ ਕਰਦੇ ਰਹਿੰਦੇ ਨੇ ਜੀ ਲਗਾਤਾਰ, ਤੇ ਇਹਨਾਂ ਨੇ ਸਾਡੀ ਕੈਨੇਡੀਅਨ ਇਕੋਨਮੀ ਨੂੰ, ਸਾਡੀ ਕੈਨੇਡੀਅਨ ਮਾਰਕੀਟ ਨੂੰ
ਸਟਰੋਂਗ ਰੱਖਣ ਵਾਸਤੇ ਕੁਝ ਰੀਸੈਂਟ ਚੇਂਜਸ ਕੀਤੇ ਨੇ ਜੀ। ਉਹਦੇ ਵਿੱਚ ਤਿੰਨ ਮੇਨ ਚੇਂਜਸ ਨੇ ਜੀ ਰਾਮ ਸਿੰਘ ਜੀ, ਜਿਹੜੇ ਇਹਨਾਂ ਨੇ ਕੀਤੇ ਨੇ। ਹਾਂਜੀ ਉਹਦੇ ਵਿੱਚ ਨੰਬਰ 1, ਦੋ ਰੇਸ਼ੋਜ਼ ਹੁੰਦੀਆਂ ਨੇ ਜੀ ਤੁਹਾਡੀ ਇਨਕਮ ਦੇ ਹਿਸਾਬ ਨਾਲ, ਜਿੰਨਾ ਤੁਸੀਂ ਆਪਣੇ ਮੋਰਗੇਜ ਪ੍ਰਤੀ ਇਨਕਮ ਦਾ ਹਿੱਸਾ ਪੇ ਕਰ ਸਕਦੇ ਜੇ। ਹਾਂਜੀ ਉਹ ਹਦਾਇਤਾਂ ਬਣੀਆਂ ਹੋਈਆਂ ਨੇ ਜੀ, ਉਹਨੂੰ ਕਹਿੰਦੇ ਨੇ ਜੀ, ਮੈਂ ਸਾਂਝਾ ਕਰ ਲਾਂ, GDS ਤੇ TDS, ਓਕੇ ਗ੍ਰੋਸ ਡੈਟ ਸਰਵਿਸਿੰਗ ਰੇਸ਼ੋ ਤੇ ਹਮ, ਟੋਟਲ ਡੈਟ ਸਰਵਿਸਿੰਗ ਰੇਸ਼ੋ। ਹਮ, ਉਹ ਪਹਿਲਾਂ ਕੀ ਸੀ ਜੀ, ਵੀ ਅਸੀਂ 39% ਤੁਹਾਡੀ ਇਨਕਮ ਦਾ ਜਿਹੜਾ 39% ਹਿੱਸਾ ਵਾ, ਉਹ ਤੇ 44, ਇਹ ਦੋ ਨੰਬਰਸ ਹਨ ਜੀ, ਉੱਥੋਂ ਤੱਕ ਜਾ ਸਕਦੇ ਸਨ। ਉਹਦੇ ਨਾਲ ਕੀ ਹੈ ਕਿ ਤੁਹਾਡੀ ਜਿਹੜੀ ਬੋਰੋਇੰਗ ਕਪੈਸਿਟੀ ਆ, ਤੁਸੀਂ ਥੋੜੇ ਜਿਹੇ ਵੱਧ ਪੈਸੇ ਬੋਰੋ ਕਰ ਸਕਦੇ ਜੇ ਤੁਸੀਂ ਚਾਹੋ। ਓਕੇ ਹੁਣ ਉਹਨਾਂ ਨੇ ਚੇਂਜ ਕਰਕੇ ਜਿਹੜੀ GDS ਆ ਉਹਨੂੰ 35% ਕਰਤਾ ਜੀ, ਓਕੇ ਤੇ ਜਿਹੜਾ TDS ਆ ਉਹਨੂੰ 42% ਕਰਤਾ ਜੀ। ਓਕੇ ਉਹਦੇ ਨਾਲ ਕੀ ਅਸਰ ਹੋਏਗਾ, ਸਿੰਪਲ ਭਾਸ਼ਾ ਦੇ ਵਿੱਚ, ਕਿ ਜਿਹੜਾ ਜੇ ਇੱਕ ਸੱਜਣ ਫੈਮਿਲੀ $80,000 ਕਮਾ ਰਹੀ ਆ, ਤੇ ਜੇ ਉਹ ਪਹਿਲਾਂ ਥੋੜੇ ਵੱਧ ਅਮਾਉਂਟ ਵਾਸਤੇ ਕੁਆਲੀਫਾਈ ਕਰ ਸਕਦੇ ਸੀ ਮੋਰਗੇਜ ਲਈ, ਹੁਣ ਉਹ ਥੋੜੇ ਘੱਟ ਅਮਾਉਂਟ ਵਾਸਤੇ ਕੁਆਲੀਫਾਈ ਕਰਨਗੇ ਜੀ। ਓਕੇ ਇਹ ਜੁਲਾਈ 1 ਤੋਂ ਰੂਲਸ ਜਿਹੜੇ ਆ ਲਾਗੂ ਹੋ ਰਹੇ ਆ। ਓਕੇ ਦੂਜੇ ਨੰਬਰ ਤੇ ਜਿਹੜਾ ਇਹਨਾਂ ਨੇ ਮੇਜਰ ਚੇਂਜ ਕੀਤਾ ਜੀ, ਇਹ ਕਹਿੰਦੇ ਨੇ ਜੀ, ਇੱਕ ਬੰਦਾ ਜਿਹੜਾ ਮੋਰਗੇਜ ਐਪਲੀਕੇਸ਼ਨ ਤੇ ਹੋਵੇ, ਘੱਟੋ ਘੱਟ ਉਹਦਾ ਸਕੋਰ ਜਿਹੜਾ ਵਾ, ਕ੍ਰੈਡਿਟ ਸਕੋਰ, ਉਹ 680 ਤੋਂ ਘੱਟ ਨਹੀਂ ਹੋਣਾ ਚਾਹੀਦਾ, ਵੱਧ ਹੋਣਾ ਚਾਹੀਦਾ ਜੀ। ਓਕੇ ਪਹਿਲਾਂ ਥੋੜੇ ਘੱਟ ਦੇ ਨਾਲ ਵੀ ਇਹ ਜਿਹੜੀਆਂ ਮੋਰਗੇਜਸ ਸਨ ਉਹ ਅਪਰੂਵ ਕਰ ਦਿੰਦੇ ਸਨ। ਤੀਜੇ ਨੰਬਰ ਤੇ ਇਹ ਕਹਿੰਦੇ ਨੇ ਵੀ ਬੋਰੋਡ ਤੁਹਾਡੀ ਡਾਊਨ ਪੇਮੈਂਟ ਜਿਹੜੀ ਆ, ਉਹ ਪਹਿਲਾਂ ਯੂਜ਼ ਕਰਨ ਦਿੰਦੇ ਸਨ, ਹੁਣ ਤੁਸੀਂ ਉਹ ਚੀਜ਼ ਜਿਹੜੀ ਆ ਨਹੀਂ ਕਰ ਸਕਦੇ। ਓਕੇ ਸੋ ਬੇਸਿਕਲੀ ਇਹਨਾਂ ਨੇ ਸਾਡੇ ਕਸਟਮਰਸ ਨੂੰ ਪ੍ਰੋਟੈਕਟ ਕਰਨ ਵਾਸਤੇ, ਸਾਡੀ ਕੈਨੇਡੀਅਨ ਇਕਨੋਮੀ ਨੂੰ ਪ੍ਰੋਟੈਕਟ ਕਰਨ ਵਾਸਤੇ ਇਹ ਚੇਂਜਸ ਲਿਆਂਦੇ ਨੇ। ਬਟ ਇਹਦੇ ਵਿੱਚ ਕਈ ਕਲਾਇੰਟਸ ਨੂੰ ਥੋੜਾ ਨੁਕਸਾਨ ਹੋ ਸਕਦਾ ਵਾ, ਜਿਹੜੇ ਥੋੜਾ ਜਿਹਾ ਵੱਧ ਅਮਾਉਂਟ ਲਈ ਘਰ ਬਾਏ ਕਰਨਾ ਚਾਹੁੰਦੇ ਸਨ। ਹੋ ਸਕਦਾ ਵੀ ਉਹਨਾਂ ਦੀ ਜਿਹੜੀ ਮੋਰਗੇਜ ਆ, ਥੋੜੇ ਘੱਟ ਅਮਾਉਂਟ ਦੀ 1 ਜੁਲਾਈ ਤੋਂ ਬਾਅਦ ਅਪਰੂਵ ਹੋਵੇ ਜੀ। ਓਕੇ ਬਾਬੂ ਜੀ, ਅੱਜ ਤੁਸੀਂ ਬਹੁਤ ਕੀਮਤੀ ਵਿਚਾਰਾਂ ਜਿਹੜੀਆਂ ਸੀ ਉਹ ਸਾਂਝੀਆਂ ਕੀਤੀਆਂ। ਮੈਂ ਉਮੀਦ ਕਰਦਾ ਕਿ ਅੱਜ ਸਾਡੇ ਦਰਸ਼ਕਾਂ ਦੇ ਦਰਵਾਜ਼ੇ ਤੇ ਤੁਸੀਂ ਦਸਤਕ ਦਿੱਤੀ ਹੈ। ਬਹੁਤ ਸਾਰੇ ਦਰਸ਼ਕ ਤੁਹਾਡੀਆਂ ਵਿਚਾਰਾਂ ਸੁਣ ਕੇ ਤੁਹਾਡੇ ਨਾਲ ਸੰਪਰਕ ਕਰਨਗੇ। ਮੈਂ ਅਖੀਰ ਤੇ ਇੱਕ ਇਹ ਪੁੱਛਣਾ ਚਾਹਾਂਗਾ ਕਿ ਇਸ ਐਂਟਰੀ ਗੇਟ ਤੇ ਜਦੋਂ ਗੁਰਗਿਆਨ TV ਚੈਨਲ ਦੇ ਇਸ ਦਸਤਕ ਤੁਹਾਡੇ ਦਰਵਾਜ਼ੇ ਉੱਤੇ ਨਾਮ ਦੀ ਪਲੇਲਿਸਟ ਦੇ ਵਿੱਚੋਂ ਦੇਖਣਗੇ ਉਹ, ਤੇ ਉੱਥੇ ਹਰ ਤਰ੍ਹਾਂ ਦੇ ਆਪਣੇ ਜਿਤਨੇ ਵੀ ਪਿਆਰੇ ਹਨ ਉਹਨਾਂ ਬਾਰੇ ਵੀਡੀਓ ਦੇਖਣਗੇ। ਤੇ ਮੈਂ ਚਾਹਾਂਗਾ ਕਿ ਜਦੋਂ ਵੱਖ-ਵੱਖ ਤੁਹਾਡੀ ਕੈਟਾਗਰੀ ਦੇ ਹੋਰਾਂ ਦੀ ਵੀ ਵੀਡੀਓ ਦੇਖਣਗੇ, ਇੱਕ ਬੌਬ ਢੀਂਡਸਾ ਵੀਰ ਜੀ ਦੇ ਕੋਲ ਕੋਈ ਦਰਸ਼ਕ ਆਏਗਾ ਤਾਂ ਬੌਬ ਢੀਂਡਸਾ ਕੋਲੇ ਕੀ ਉਹ ਐਸਾ ਸਪੈਸ਼ਲ ਗੁਣ ਹੈ ਜਿਸ ਕਰਕੇ ਤੁਸੀਂ ਉਸ ਦਾ ਦੇਖੋ, ਕੰਮ ਤੇ ਹੋ ਜਾਣਾ ਹੁੰਦਾ ਹੈ, ਰੱਬ ਦਾ ਇੱਕ ਖੇਡ ਹੈ, ਕੁਦਰਤ ਦਾ ਇੱਕ ਨਿਜ਼ਮ ਹੈ, ਹਰ ਬੰਦੇ ਦੀਆਂ ਲੋੜਾਂ ਦੀ ਪੂਰਤੀ ਹੋ ਜਾਣੀ ਹੁੰਦੀ ਹੈ, ਪਰ ਇੱਕ ਸੰਤੁਸ਼ਟੀ ਵੀ ਹੋਵੇ, ਇੱਕ ਆਨੰਦ ਵੀ ਆ ਜਾਵੇ, ਤੇ ਉਹ ਤੁਹਾਡੇ ਕੋਲੇ ਆਵੇ ਇੱਕ ਕਸਟਮਰ ਬਣ ਕੇ ਤੇ ਤੁਹਾਡਾ ਸਦਾ ਲਈ ਮਿੱਤਰ ਬਣ ਜਾਵੇ। ਉਹ ਵੀ ਬੌਬ ਢੀਂਡਸਾ ਜੀ ਕੋਲੇ ਕੀ ਹੈ ਖਾਸ? ਮੈਂ ਤੇ ਇਹੀ ਕਹੂੰਗਾ ਜੀ ਕਿ ਸਾਰੇ ਮਿਹਨਤ ਕਰਦੇ ਆ, ਬਟ ਗੁਰੂ ਸਾਹਿਬ ਦਾ ਆਸ਼ੀਰਵਾਦ ਕਹਿ ਲਈਏ ਜੀ। ਹਾਂਜੀ ਤੇ ਇੱਕ ਚੀਜ਼ ਮੈਂ ਹਮੇਸ਼ਾ ਸਾਂਝੀ ਕਰਦਾ ਹੁੰਨਾ ਜੀ, ਕਿ ਸਾਰੇ ਮਿਹਨਤ ਕਰਦੇ ਆ, ਹਰ ਇੱਕ ਚੀਜ਼ ਕਰਦੇ ਆ। ਹਾਂਜੀ, ਇੱਕ ਥੋੜਾ ਜਿਹਾ ਫਾਇਦਾ ਹੋ ਗਿਆ ਜੀ, ਕਿ ਮੈਂ ਇਸੇ ਚੀਜ਼ ਦੇ ਵਿੱਚ ਪਹਿਲਾਂ ਆਪਣੀ ਪੜ੍ਹਾਈ ਕੀਤੀ ਆ ਜੀ, ਹੁਣ ਤਕਰੀਬਨ 9 ਸਾਲ ਦਾ ਐਕਸਪੀਰੀਅੰਸ ਹੋ ਗਿਆ ਜੀ। ਕਈ ਡਿਫਰੈਂਟ ਚੀਜ਼ਾਂ ਸਿੱਖੀਆਂ ਇਹਨਾਂ 9 ਸਾਲਾਂ ਦੇ ਵਿੱਚ, ਕਈ ਗਲਤੀਆਂ ਕੀਤੀਆਂ, ਉਹ ਗਲਤੀਆਂ ਤੋਂ ਸਿੱਖੇ ਆ। ਉਹ ਜਿਹੜੀਆਂ ਚੀਜ਼ਾਂ ਵਾ, ਉਹ ਜਿਹੜੀ ਇੰਨੇ ਸਾਲ ਦੀ ਜਿਹੜੀ ਅਸੀਂ ਘਾਲਣਾ ਘਾਲੀ ਆ, ਉਹ ਅਸੀਂ ਆਪਣੇ ਕਲਾਇੰਟਸ ਦੇ ਨਾਲ ਜਿਹੜੀ ਆ ਜ਼ਰੂਰ ਸਾਂਝੀ ਕਰ ਸਕਦੇ ਹਾਂ। ਇਹ ਉਸ ਚੀਜ਼ ਦਾ ਬੈਨੀਫਿਟ ਲੈ ਸਕਦੇ ਨੇ ਜੀ ਸਾਡੇ ਤੋਂ, ਕਿ ਅਸੀਂ ਡਿਫਰੈਂਟ ਚੀਜ਼ਾਂ ਨੂੰ ਐਕਸਪੀਰੀਅੰਸ ਕੀਤਾ ਹੋਇਆ। ਪਰ ਸਭ ਤੋਂ ਜ਼ਰੂਰੀ ਗੱਲ ਆ ਜਿਹੜੀ ਰਾਮ ਸਿੰਘ ਜੀ, ਉਹ ਇਹ ਆ, ਮੈਂ ਹਮੇਸ਼ਾ ਅਰਦਾਸ ਕਰਕੇ ਤੇ ਦਿਲੋਂ ਕੰਮ ਕਰੀਦਾ ਜੀ। ਮੈਂ ਆਪਣੇ ਹਰ ਕਲਾਇੰਟ ਨੂੰ ਇਹ ਦੱਸ ਸਕਦਾ ਵਾਂ ਕਿ ਮੋਰਗੇਜ ਉਹ ਜਿਹੜੀ ਆ, ਇੱਕ ਉਹਨਾਂ ਕੋਲ ਸਾਰੀ ਇਨਫੋਰਮੇਸ਼ਨ ਹੋਏਗੀ ਜੀ, ਕਿ ਪ੍ਰੋਸੈਸ ਕਿੱਦਾਂ ਹੁੰਦਾ ਵਾ, ਕੀ ਆਪਸ਼ਨਸ ਨੇ, ਹਰ ਇੱਕ ਚੀਜ਼ ਦੀ ਉਹਨਾਂ ਨੂੰ ਇਨਫੋਰਮੇਸ਼ਨ ਹੋਏਗੀ। ਦੂਜੇ ਨੰਬਰ ਤੇ ਮੈਂ ਆਪਣਾ 100% ਦੇਣਾ ਜੀ ਹਰ ਕਲਾਇੰਟ ਵਾਸਤੇ। ਸੋ ਮੇਰੀ ਆਪਣੀ ਪੂਰੀ ਕੋਸ਼ਿਸ਼ ਹੁੰਦੀ ਆ ਕਿ ਜਿੱਦਾਂ ਮੈਂ ਆਪਣੇ ਵਾਸਤੇ, ਆਪਣੇ ਪਰਿਵਾਰ ਵਾਸਤੇ ਉਹ ਚੀਜ਼ ਕਰਾਂਗਾ, ਤੇ ਮੈਂ ਆਪਣੇ ਆਪ ਨੂੰ ਆਪਣੇ ਕਲਾਇੰਟ ਦੇ ਸ਼ੂਜ਼ ਵਿੱਚ ਰੱਖ ਕੇ ਉਸੇ ਤਰੀਕੇ ਨਾਲ ਉਹਨਾਂ ਦੀ ਜਿਹੜੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਜੀ। ਵੈਸੇ ਬਾਬੂ ਜੀ, ਮੈਂ ਤੁਹਾਡੇ ਨਾਲ ਆਪਣੱਤ ਕਰਕੇ ਮੈਂ ਕੁਐਸਚਨ ਕੀਤਾ, ਮੈਨੂੰ ਪਤਾ ਹੈ, ਕਿਉਂਕਿ ਜਦੋਂ ਆਪਣੇ ਬਾਰੇ ਗੱਲ ਕਹਿਣੀ ਹੋਵੇ, ਖਾਸ ਤੌਰ ਤੇ ਕੈਮਰੇ ਦੇ ਸਾਹਮਣੇ, ਕਿਉਂਕਿ ਮੈਂ 30-40 ਸਾਲ ਹੋ ਗਏ ਮੈਨੂੰ ਇਸ ਤਰ੍ਹਾਂ ਦੀਆਂ ਇੰਟਰਵਿਊਜ਼ ਫੇਸ ਕਰਦਿਆਂ, ਇਹ ਬੜਾ ਔਖਾ ਸਵਾਲ ਹੁੰਦਾ। ਮੈਂ ਉਹਦਾ ਜਵਾਬ ਦੇ ਦਿੰਦਾ ਦਰਸ਼ਕਾਂ ਨੂੰ ਕਿ ਬੌਬ ਵੀਰ ਜੀ ਦੇ ਕੋਲ ਜਦੋਂ ਬੈਠੀਏ ਨਾ, ਸੱਚੀ ਬੈਠ ਕੇ ਇੱਕ ਸੰਤੁਸ਼ਟੀ ਆਉਂਦੀ ਹੈ। ਬੜੇ ਪਿਆਰੇ ਮਿੱਠੇ ਵੀਰ ਨੇ। ਮੈਂ ਪਹਿਲੀ ਵਾਰ ਤੁਹਾਡੇ ਯਾਦ ਹੋਏਗਾ ਜਦੋਂ ਤੁਹਾਨੂੰ ਮਿਲਿਆ ਸੀ, ਤੇ ਉਸ ਵੇਲੇ ਤੋਂ ਇੱਕ ਬੜਾ ਅਕਸ ਬਣਿਆ ਸੀ ਕਿ ਜਦੋਂ ਵੀ ਆਪਾਂ ਮਿਲਦੇ ਹਾਂ, ਮੈਨੇ ਤੁਹਾਡੇ ਚੋਂ ਇੱਕ ਗੁਣ ਮੈਨੂੰ ਲੱਭਿਆ ਸੀ
ਦੁੱਖ ਸੁੱਖ ਹਰ ਇੱਕ ਦੀ ਜ਼ਿੰਦਗੀ ਚਾਹੁੰਦੇ ਨੇ। ਤੇ ਬੌਬ ਵੀਰ ਜੀ ਦੀ ਮੈਂ ਇੱਕ ਚੀਜ਼ ਦੇਖੀ, ਦੂਸਰੇ ਦੇ ਦੁੱਖ ਨੂੰ ਮਹਿਸੂਸ ਕਰਦੇ ਨੇ। ਬਸ ਇਹ ਬਹੁਤ ਵੱਡੀ ਖੇਡ ਹੁੰਦੀ ਹੈ, ਜਿਸ ਕਰਕੇ ਜਿਹੜਾ ਇਹਨਾਂ ਨੂੰ ਇੱਕ ਵਾਰੀ ਮਿਲ ਲੈਂਦਾ ਉਹ ਇਹਨਾਂ ਦਾ ਮਿੱਤਰ ਬਣ ਜਾਂਦਾ। ਤੇ ਅਖੀਰ ਦੇ ਉੱਪਰ ਇੱਕ ਕੁਐਸਚਨ ਹੈ ਬੌਬ ਵੀਰ, ਕਿ ਬਹੁਤ ਸਾਰਾ ਸਟੂਡੈਂਟ ਯੂਥ ਕੈਨੇਡਾ ਵਿੱਚ ਆ ਰਿਹਾ, ਜਿਹੜੇ ਆਪਣੇ ਕੈਰੀਅਰ ਸ਼ੁਰੂ ਕਰ ਰਹੇ ਨੇ। ਨੋ ਡਾਊਟ ਕਿ ਇੱਥੋਂ ਦਾ ਐਡਮਿਨਿਸਟ੍ਰੇਸ਼ਨ, ਇੱਥੋਂ ਦੇ ਰੂਲਸ, ਇੱਥੋਂ ਦੀ ਗਵਰਨਮੈਂਟ ਉਹਨਾਂ ਨੂੰ ਤਰੱਕੀਆਂ ਕਰਨ ਵਾਸਤੇ ਜਿਤਨਾ ਸਪੋਰਟ ਇੱਥੇ ਮਿਲਦੀ ਹੈ, ਸ਼ਾਇਦ ਹੋਮ ਕੰਟਰੀ ਵਿੱਚ ਸਾਡੇ ਟੈਲੈਂਟ ਨੂੰ ਸਪੋਰਟ ਨਹੀਂ ਮਿਲਦੀ। ਪਰ ਫਿਰ ਵੀ ਸਾਡੇ ਯੂਥ ਨੂੰ ਤੁਸੀਂ ਕੋਈ ਵਿਸ਼ੇਸ਼ ਮੈਸੇਜ ਕੀ ਦੇਣਾ ਚਾਹੋਗੇ? ਹਾਂਜੀ, ਇੱਕ ਭਰਾ ਵਜੋਂ ਜਿੰਨੇ ਵੀ ਸਾਡੇ ਭੈਣ ਭਰਾ ਆ ਰਹੇ ਨੇ ਜੀ ਇਸ ਟਾਈਮ ਤੇ ਕੈਨੇਡਾ ਦੇ ਵਿੱਚ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਆਪ ਵੀ ਸਟੂਡੈਂਟ ਹੀ ਆਇਆ ਸੀ ਜੀ ਸੰਨ 2010 ਦੇ ਵਿੱਚ, ਤੇ ਇਸ ਕੰਟਰੀ ਨੇ ਬਹੁਤ ਕੁਝ ਸਿਖਾਇਆ, ਬਹੁਤ ਕੁਝ ਦਿੱਤਾ ਜੀ। ਤੇ ਇੱਕੋ ਹੀ ਜਿਹੜੀ ਗੱਲ ਸਾਂਝੀ ਕਰ ਸਕੂੰਗਾ ਮੈਂ ਆਪਣੇ ਭੈਣ ਭਰਾਵਾਂ ਦੇ ਨਾਲ, ਉਹ ਇਹ ਆ ਕਿ ਅਸੀਂ ਘਰੋਂ ਬੜੀ ਦੂਰ ਆਏ ਹਾਂ ਜੀ। ਜਿਹੜੇ ਸਾਡੇ ਤੋਂ ਵੱਡੇ ਸਾਡੇ ਇੱਥੇ ਪਹਿਲਾਂ ਆਏ ਸਨ, ਉਹਨਾਂ ਨੇ ਬੜੀ ਘਾਲਣਾ ਘਾਲੀ, ਬਹੁਤ ਮਿਹਨਤ ਕੀਤੀ, ਸਾਡੇ ਵਾਸਤੇ ਉਹਨਾਂ ਨੇ ਰਸਤਾ ਬਣਾਇਆ। ਅਸੀਂ ਉਸੇ ਚੀਜ਼ ਨੂੰ ਅੱਗੇ ਕਾਇਮ ਰੱਖੀਏ। ਅਸੀਂ ਉੱਦਾਂ ਹੀ ਮਿਹਨਤ ਕਰੀਏ ਇਸ ਮੁਲਕ ਦੇ ਵਿੱਚ, ਕਿਆ ਆਪਣੇ ਛੋਟੇ ਭੈਣ-ਭਰਾਵਾਂ ਵਾਸਤੇ, ਹੂੰ, ਆਪਣੀਆਂ ਆਉਣ ਵਾਲੀਆਂ ਜਨਰੇਸ਼ਨਸ ਵਾਸਤੇ। ਕਿਆ ਕਿਉਂਕਿ ਬਾਤ ਜਿਹੜਾ ਮਾਂ ਬੋਲੀ ਨੂੰ, ਸਿੱਖ ਭਾਈਚਾਰੇ ਨੂੰ, ਸਿੱਖੀ ਨੂੰ ਆਦਰ ਮਾਣ ਸਤਿਕਾਰ ਕੈਨੇਡਾ 'ਚ ਮਿਲਿਆ ਵਾ ਜੀ, ਹਰ ਕੈਨੇਡਾ ਦੀ ਹਰ ਨੁੱਕਰ ਵਿੱਚ, ਉਹ ਏਦਾਂ ਹੀ ਅਸੀਂ ਉਸ ਚੀਜ਼ ਨੂੰ ਅੱਗੇ ਓਨਾ ਹੀ ਵਧਾ ਸਕੀਏ। ਇਸ ਮੁਲਕ ਦਾ ਵੀ ਅਸੀਂ ਧੰਨਵਾਦ ਕਰੀਏ, ਹੂੰ, ਇੱਥੋਂ ਦੀ ਇਕੋਨਮੀ ਨੂੰ ਵੀ ਸਪੋਰਟ ਕਰੀਏ, ਬਟ ਸੇਮ ਟਾਈਮ ਤੇ ਪੂਰੀ ਜਿਹੜੀ ਸਾਡਾ ਸਿੱਖ ਭਾਈਚਾਰਾ ਵਾ, ਉਹਨੂੰ ਮਾਣ ਹੋਣਾ ਚਾਹੀਦਾ ਵਾ ਕਿ ਜਿਹੜੀਆਂ ਸਾਡੀਆਂ ਅਗਲੀਆਂ ਪੀੜ੍ਹੀਆਂ, ਅਗਲੇ ਛੋਟੇ ਭੈਣ ਭਰਾ ਸਾਡੇ ਇੱਥੇ ਆ ਰਹੇ ਨੇ, ਕਿ ਉਹ ਉਸ ਮੁਕਾਮ ਨੂੰ ਵੀ ਇੱਕ ਅਗਲੇ ਲੈਵਲ ਤੇ ਲੈ ਕੇ ਜਾ ਸਕਣ ਜੀ। ਬਹੁਤ ਅੱਛੇ। ਇਹੀ ਬੇਨਤੀ ਹੈ ਜੀ ਹਾਂਜੀ, ਸਾਰਿਆਂ ਨੂੰ। ਬਹੁਤ ਅੱਛੇ ਬਲਦੀਪ, ਤੁਸੀਂ ਸਾਡੇ ਪ੍ਰੋਗਰਾਮ ਦਸਤਕ ਤੁਹਾਡੇ ਦਰਵਾਜ਼ੇ ਤੇ ਆਏ, ਬਹੁਤ ਚੰਗਾ ਲੱਗਿਆ। ਤੁਹਾਡੇ ਬਾਰੇ ਸਾਰੀ ਡਿਸਕ੍ਰਿਪਸ਼ਨ ਦੇ ਵਿੱਚ ਜਿਹੜੀ ਹੈ ਕੰਟੈਕਟ ਵਗੈਰਾ ਸਾਡੇ ਦਰਸ਼ਕਾਂ ਨੇ ਦੇਖ ਲੈਣੇ ਨੇ। ਉਮੀਦ ਕਰਦਾ ਤੁਹਾਡੇ ਨਾਲ ਸੰਪਰਕ ਕਰਨਗੇ। ਜਦੋਂ ਵੀ ਕੋਈ ਆ ਕੇ ਤੁਹਾਨੂੰ ਦੱਸੇਗਾ ਕਿ ਮੈਂ ਤੁਹਾਡੀ ਇੰਟਰਵਿਊ ਦੇਖੀ ਸੀ ਇਸ ਲਈ ਆਇਆ, ਤੇ ਮੈਨੂੰ ਵੀ ਲੱਗੇਗਾ ਕਿ ਸਾਡੀ ਸੇਵਾ ਸਫਲ ਹੋ ਗਈ ਹੈ, ਕਿਉਂਕਿ ਆਪਾਂ ਇਹ ਜੋ ਪ੍ਰੋਗਰਾਮ ਸ਼ੁਰੂ ਕੀਤਾ ਹੈ ਸਿਰਫ ਕਮਿਊਨਿਟੀ ਦੀ ਸੇਵਾ ਵਾਸਤੇ ਕੀਤਾ ਹੈ। ਮੈਂ ਤੁਹਾਡੇ ਥਰੂ ਵੀ, ਇਸ ਪ੍ਰੋਗਰਾਮ ਦੇ ਥਰੂ ਵੀ ਸਾਰਿਆਂ ਨੂੰ ਇੱਕ ਮੈਸੇਜ ਦੇਣਾ ਚਾਹਾਂਗਾ। ਐਜ ਏ ਹਿਊਮਨ ਬੀਇੰਗ ਲੱਖ ਕਮਜ਼ੋਰੀਆਂ ਰਹਿ ਜਾਂਦੀਆਂ ਨੇ। ਸੰਸਾਰ ਅੰਦਰ ਕੋਈ ਵੀ ਪਰਫੈਕਟ ਨਹੀਂ, ਤੇ ਕੋਈ ਵੀ ਐਸਾ ਨਹੀਂ ਜਿਹਦੇ 'ਚ ਕੇਵਲ ਔਗਣ ਹੋਣ। ਹਰ ਇੱਕ 'ਚ ਗੁਣ ਔਗਣ ਨੇ। ਬੜੀ ਵਾਰੀ ਮਨਾਂ ਦੇ ਵਿਚਾਰਾਂ ਵਿੱਚ ਮਤਭੇਦਤਾ ਆ ਜਾਂਦੀ ਹੈ, ਆਪਸੀ ਫੈਸਲਿਆਂ 'ਚ ਮਤਭੇਦਤਾ ਆ ਜਾਂਦੀ ਹੈ, ਪਰ ਇਹ ਪ੍ਰੋਗਰਾਮ ਸਾਰਿਆਂ ਲਈ ਹੈ। ਕੋਈ ਵੀ ਇੰਟਰਵਿਊ ਕਰਵਾਉਣਾ ਚਾਹੁੰਦਾ ਹੈ ਸਿਰਫ ਕਮਿਊਨਿਟੀ ਦੀ ਸੇਵਾ ਵਾਸਤੇ, ਬਿਲਕੁਲ ਫ੍ਰੀ ਨੇ। ਚਾਹੇ ਕਿਸੇ ਨਾਲ ਮੇਰੇ ਮਨ ਵਿਚਾਰ ਨਹੀਂ ਰਲਦੇ, ਕਿਸੇ ਨਾਲ ਕਦੀ ਬਿਹੇਵੀਅਰ ਪੱਖੋਂ ਉਨੀਕੀ ਹੋਈ ਹੋਵੇ, ਮੈਂ ਉਹਨੂੰ ਕਦੀ ਵੀ ਵਿੱਚ ਨਹੀਂ ਲੈ ਕੇ ਆਵਾਂਗਾ, ਕਿਉਂਕਿ ਗੁਰਬਾਣੀ ਦੀ ਪੰਕਤੀ ਜੋ ਹੋਆ ਹੋਵਤ ਸੋ ਜਾਣਾ, ਪ੍ਰਭ ਆਪਣੇ ਕਾ ਹੁਕਮ ਪਛਾਨਾ। ਜੋ ਹੋ ਗਿਆ ਉਹਨਾਂ ਚੀਜ਼ਾਂ ਨੂੰ ਕਦੀ ਵਿੱਚ ਨਹੀਂ ਲਿਆਈਦਾ। ਇਹ ਗੁਰਗਿਆਨ ਟੀਵੀ ਕਮਿਊਨਿਟੀ ਵਾਸਤੇ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇਸ ਪ੍ਰੋਗਰਾਮ ਵਿੱਚ ਆਏ। ਜੀਓ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀ ਦਿਓ। ਇਹ ਸਨ ਪਿਆਰੇ ਵੀਰ ਬਲਦੀਪ ਬੌਬ ਢੀਂਡਸਾ ਜੀ, ਜਿਨ੍ਹਾਂ ਨੇ ਬਹੁਤ ਹੀ ਕੀਮਤੀ ਜਿਹੜੀਆਂ ਉਹ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਤੇ ਮੈਂ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ, ਗੁਰਗਿਆਨ ਟੀਵੀ ਵੱਲੋਂ ਵੱਖ-ਵੱਖ ਪ੍ਰੋਗਰਾਮ ਜਿਹੜੇ ਨੇ ਉਹ ਤੁਹਾਡੇ ਤੱਕ ਪਹੁੰਚਦੇ ਨੇ। ਸਾਡੀ ਇੱਕ ਹੋਰ ਕੰਟੀਨਿਊ ਸੀਰੀਜ਼ ਚੱਲ ਰਹੀ ਹੈ, ਸੁਧਾਰ ਆਪਣੇ ਆਪ ਤੋਂ, ਜਿਸ ਵਿੱਚ ਪ੍ਰੋਫੈਸਰ ਗੁਰਪ੍ਰੀਤ ਸਿੰਘ ਜੀ, ਜਿਨ੍ਹਾਂ ਦੀ ਬੜੀ ਪਿਆਰੀ ਪੁਸਤਕ ਹੈ ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਵੇਖ, ਮੁਕਤਸਰ ਸਾਹਿਬ ਜੀ ਤੋਂ, ਉਹਨਾਂ ਦਾ ਕੰਟੀਨਿਊ ਸੀਰੀਜ਼ ਐਪੀਸੋਡ ਦੇ ਵਿੱਚ ਬਹੁਤ ਸੋਹਣੇ ਕੀਮਤੀ ਵਿਚਾਰ ਦਿੰਦੇ ਨੇ। ਉਸ ਤੋਂ ਇਲਾਵਾ ਸਾਡਾ ਦੂਸਰਾ ਐਪੀਸੋਡ ਆ ਰਿਹਾ ਹੈ ਜਿਹਦਾ ਨਾਮ ਹੈ ਵੱਡੇ ਨਿਸ਼ਾਨੇ ਵੱਡੀਆਂ ਪ੍ਰਾਪਤੀਆਂ, ਜਿਸ ਵਿੱਚ ਚੱਕ ਦੂਹੇਵਾਲਾ ਪਿੰਡ ਤੋਂ ਕੰਪਿਊਟਰ ਟੀਚਰ ਵੀਰ ਅਮਨਦੀਪ ਸਿੰਘ ਜੀ, ਜਿਹੜੇ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਟੀਚਰ ਵਿੰਗ ਦੇ ਇੰਚਾਰਜ ਵੀ ਹਨ ਮੁਕਤਸਰ ਸਾਹਿਬ ਜੀ ਦੇ, ਉਹਨਾਂ ਦੇ ਫੈਮਿਲੀ ਲਾਈਫ ਵਾਸਤੇ ਬੜੇ ਕਮਾਲ ਦੇ ਛੋਟੇ-ਛੋਟੇ ਟੌਪਿਕ ਉਹਨਾਂ ਦੇ ਤੁਹਾਡੇ ਉਸ ਕੰਟੀਨਿਊ ਸੀਰੀਜ਼ ਵਿੱਚ ਆ ਰਹੇ ਨੇ। ਇਸ ਤੋਂ ਇਲਾਵਾ ਸਾਡੀ ਇੱਕ ਹੋਰ ਸੀਰੀਜ਼ ਜਿਹੜੀ ਹੈ ਉਹ ਸ਼ੁਰੂ ਹੋ ਰਹੀ ਹੈ ਅਗਲੇ ਹਫਤੇ, ਜਿਹਦਾ ਨਾਮ ਹੈ ਜਾਗਦੀਆਂ ਕੌਮਾਂ ਦੇ ਉੱਚੇ ਨਿਸ਼ਾਨੇ, ਜਿਹਦੇ ਵਿੱਚ ਬਹੁਤ ਹੀ ਵਿਦਵਾਨ ਸੱਜਣ ਡਾਕਟਰ ਓਮਕਾਰ ਸਿੰਘ ਜੀ, ਜਿਹੜੇ ਕਿ ਯੂਨੀਵਰਸਿਟੀ ਦੇ ਸ਼ਿੰਗਾਰ ਰਹੇ ਨੇ, ਔਰ ਇਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਉੱਪਰ ਨਵੇਂ ਤਰੀਕੇ ਦੇ ਨਾਲ ਟੀਕਾ ਕਰ ਰਹੇ ਨੇ। ਬਹੁਤ ਹੀ ਵਿਦਵਾਨ ਸੱਜਣ ਨੇ। ਉਹਨਾਂ ਦਾ ਐਪੀਸੋਡ ਜਾਗਦੀਆਂ ਕੌਮਾਂ ਦੇ ਉੱਚੇ ਨਿਸ਼ਾਨੇ ਪ੍ਰੋਗਰਾਮ ਆ ਰਿਹਾ ਹੈ। ਉਸ ਤੋਂ ਇਲਾਵਾ ਸਿੱਖੀ ਦੀ ਬਗੀਚੀ ਪ੍ਰੋਗਰਾਮ ਦੇ ਵਿੱਚ ਅਸੀਂ ਬੱਚਿਆਂ ਦੇ ਟੈਲੈਂਟ ਨੂੰ ਤੁਹਾਡੇ ਸਾਹਮਣੇ ਰੱਖਦੇ ਹਾਂ। ਮੈਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਾਂ, ਵੀਕਐਂਡ ਦੇ ਉੱਪਰ ਆਪਣੇ ਪਰਿਵਾਰ ਸਮੇਤ, ਬੱਚਿਆਂ ਸਮੇਤ ਬੈਠ ਕੇ ਸਾਡੇ ਸਾਰੇ ਪ੍ਰੋਗਰਾਮ ਦੇਖਣੇ।
ਜਿਨ੍ਹਾਂ ਨੇ ਹਾਲੇ ਤੱਕ ਗੁਰਗਿਆਨ ਐਪ ਡਾਊਨਲੋਡ ਨਹੀਂ ਕੀਤੀ, ਉਹ ਸਾਡੀ ਐਪ ਡਾਊਨਲੋਡ ਕਰ ਲੈਣੀ, ਤਾਂ ਕਿ ਸਭ ਕੁਝ ਤੁਹਾਡੀ ਮੁੱਠੀ 'ਚ ਹੋਵੇ ਤੇ ਅਸੀਂ ਲਾਹਾ ਪ੍ਰਾਪਤ ਕਰ ਸਕੀਏ। ਸਾਡਾ ਇੱਕੋ ਇੱਕ ਫੋਕਸ ਹੈ, ਸਿੱਖੀ ਵਿਰਸੇ ਦਾ ਗਿਆਨ ਆਉਣ ਵਾਲੀ ਪੀੜ੍ਹੀ ਨੂੰ ਵੰਡ ਦਈਏ। ਉਹੀ ਬ੍ਰਿਕਸ਼ ਹਰੇ ਭਰੇ ਹੁੰਦੇ ਨੇ, ਉਹਨਾਂ ਬ੍ਰਿਕਸ਼ਾਂ ਦੀ ਛਾਂ ਹੁੰਦੀ ਹੈ ਤੇ ਉਹੀ ਫਲ ਤੇ ਰਸ ਵੰਡਦੇ ਨੇ ਜਿਹੜੇ ਜੜ੍ਹਾਂ ਨਾਲ ਜੁੜੇ ਰਹਿ ਜਾਂਦੇ ਨੇ। ਅਗਰ ਜੜ ਤੋਂ ਟੁੱਟ ਜਾਵੇ, ਨਾ ਬ੍ਰਿਕਸ਼ ਦੀ ਛਾਂ ਰਹਿੰਦੀ ਹੈ, ਨਾ ਫਲਾਂ ਵਿੱਚ ਮਿਠਾਸ ਰਹਿੰਦੀ ਹੈ, ਉਹ ਆਪਣੀ ਹੋਂਦ ਵੀ ਗਵਾ ਲੈਂਦੇ ਨੇ। ਸਿੱਖੀ ਵਿਰਸੇ ਦਾ ਗਿਆਨ ਘਰ ਘਰ ਤੱਕ ਪਹੁੰਚਾਉਣ ਵਾਸਤੇ ਅਸੀਂ ਇੱਕ ਦੂਸਰੇ ਦੇ ਪੂਰਕ ਬਣੀਏ, ਇੱਕ ਦੂਸਰੇ ਦੇ ਸਹਿਯੋਗੀ ਬਣੀਏ। ਅਗਲੇ ਹਫ਼ਤੇ ਫਿਰ ਇੱਕ ਨਵੀਂ ਸ਼ਖਸੀਅਤ ਨੂੰ ਇਸ ਪ੍ਰੋਗਰਾਮ ਰਾਹੀਂ ਤੁਹਾਡੇ ਰੂਬਰੂ ਕਰਵਾਵਾਂਗੇ। ਤਦ ਤੱਕ ਲਈ ਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।